ਪਾਵਨ ਪਵਿੱਤਰ ਨਿੱਕੀ ਗੋਦ ਦੇ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਅੰਮ੍ਰਿਤ ਵੇਲੇ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਆਓ ਰਲ ਮਿਲ ਕੇ ਪਾਵਨ ਗੁਰਬਾਣੀ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਸਿੱਖਿਆ ਨੂੰ ਵਿਚਾਰਨ ਦਾ, ਸਮਝਣ ਦਾ ਯਤਨ ਕਰੀਏ। ਤੇ ਜੋ ਆਪਾਂ ਪਿਛਲੇ ਸਮੇਂ ਤੋਂ ਲੜੀਵਾਰ ਆਨੰਦ ਬਾਣੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ, ਅੱਜ ਦੀ ਜੋ 27 ਨੰਬਰ ਪੌੜੀ ਆਪ ਸੰਗਤਾਂ ਨੇ ਪਾਠ ਰੂਪ ਵਿੱਚ ਸ਼ਰਵਣ ਕੀਤੀ ਹੈ। ਇਸ ਪਦੇ ਨੂੰ, ਇਸ ਪੌੜੀ ਨੂੰ ਆਪਾਂ ਨੇ ਰਲ ਮਿਲ ਕੇ ਵਿਚਾਰਨ ਦਾ ਯਤਨ ਕਰਨਾ ਹੈ ਜੀ। ਦਾਤਾ ਰਹਿਮਤ ਕਰੇ, ਵਿਚਾਰਦਿਆਂ ਹੋਇਆਂ, ਗੱਲ ਨੂੰ ਸਮਝਦਿਆਂ ਹੋਇਆਂ ਜੋ ਵਿਚਾਰ ਹੈ, ਜੋ ਸਿੱਖਿਆ ਹੈ, ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਵੇ। ਤੇ ਇਸ ਪੌੜੀ ਨੂੰ ਸਮਝਦਿਆਂ ਹੋਇਆਂ, ਵਿਚਾਰਦਿਆਂ ਹੋਇਆਂ ਜੇ ਅਸੀਂ ਆਪਣੇ ਜੀਵਨ ਵਿੱਚ ਲੈ ਕੇ ਆਵਾਂਗੇ, ਸੱਤ ਕਰਕੇ ਇਸ ਗੁਰੂ ਦੀ ਗੱਲ ਨੂੰ ਮੰਨ ਲਵਾਂਗੇ ਨਾ, ਤਾਂ ਬਹੁਤ ਜਿਹੜੇ ਸਾਡੇ ਮਸਲੇ ਨੇ, ਬਹੁਤ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਕੂੜ ਭਰਿਆ ਪਿਆ ਹੈ, ਜਾਂ ਬਹੁਤ ਕੁਝ ਜਿਹੜਾ ਸਾਡੇ ਵਿੱਚ ਬੇਫਾਲਤੂ ਜ਼ਿੰਦਗੀ ਦੇ ਵਿੱਚ ਹੈ, ਜਿਨ੍ਹਾਂ ਦਾ ਕੋਈ ਆਧਾਰ ਹੀ ਨਹੀਂ, ਜਿਨ੍ਹਾਂ ਦਾ ਸਿਰਫ ਤੇ ਸਿਰਫ ਸਾਨੂੰ ਨੁਕਸਾਨ ਹੈ, ਜਿਹਦੇ ਨਾਲ ਸਾਡਾ ਜਾਨੀ ਮਾਲੀ ਨੁਕਸਾਨ ਹੋਣਾ ਹੈ, ਜਿਹੜਾ ਸਾਨੂੰ ਲਗਾਤਾਰ ਬਰਬਾਦ ਕਰ ਰਿਹਾ ਹੈ, ਉਹ ਇਹੋ ਜਿਹੇ ਕੰਮ ਜਿਹੜੇ ਸਾਡੇ ਨਿਕਲ ਸਕਦੇ ਨੇ, ਜਿਹੜੇ ਸਾਡੇ ਭਰਮ ਭੁਲੇਖੇ ਨੇ, ਕਰਮ ਕਾਂਡ ਨੇ, ਉਹ ਸਾਰੇ ਨਿਕਲ ਸਕਦੇ ਨੇ। ਸੋ ਆਓ ਆਪਾਂ ਅਗਲੇਰੀਆਂ ਹੋਰ ਵਿਚਾਰਾਂ ਸਮਝਣ ਦਾ ਯਤਨ ਕਰੀਏ। ਸਭ ਤੋਂ ਪਹਿਲ ਤੇ ਗੁਰਦਰਬਾਰ ਦੀ ਮਰਿਆਦਾ ਨੂੰ ਨਿਭਾ ਲਈਏ ਜੀ। ਪਾਈਏ ਆਪਸ ਵਿੱਚ ਫਤਿਹ ਦੀ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਅੱਜ ਦੇ ਪਾਵਨ ਪਦੇ ਦੇ ਅੰਦਰ ਸਾਨੂੰ ਗੱਲ ਦੱਸਦੇ ਨੇ, ਸਤਿਗੁਰੂ ਜੀ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ। ਸਿਮਰਤੀਆਂ ਅਤੇ ਸ਼ਾਸਤਰ, ਇਹਨਾਂ ਵਿੱਚ ਕਹਿੰਦੇ ਜਿਹੜੀ ਬਹੁਤੀ ਵਿਚਾਰਧਾਰਾ ਹੈ, ਜਿਹੜੇ ਇਹਨਾਂ ਦੇ ਵਿੱਚ ਪੱਖ ਨੇ, ਉਹ ਸਿਰਫ ਇੱਥੋਂ ਕੁ ਤੱਕ ਸੀਮਤ ਨੇ ਕਿ ਬੰਦੇ ਨੂੰ ਪਾਪ ਪੁੰਨ ਤੱਕ ਖੜਾਈ ਰੱਖਦੇ ਨੇ ਕਿ ਜੇ ਆਹ ਕੰਮ ਨਹੀਂ ਕੀਤਾ ਤਾਂ ਤੈਨੂੰ ਪਾਪ ਲੱਗਣਾ ਹੈ, ਤੇ ਇੰਨਾ ਕੁਝ ਕਰੋਗੇ ਤਾਂ ਤੁਹਾਨੂੰ ਪੁੰਨ ਲੱਗੇਗਾ। ਸਿੱਧੇ ਮਾਇਨੇ ਵਿੱਚ ਸਮਝੀਏ, ਉਹਨਾਂ ਵਿੱਚ ਲਿਖਿਆ ਹੀ ਇਹ ਕੁਝ ਹੈ ਕਿ ਜੇ ਇੰਨਾ ਕੁਝ ਦਾਨ ਪੁੰਨ ਨਹੀਂ ਕੀਤਾ, ਜੇ ਤੁਸੀਂ ਆਹ ਦਾਨ ਨਹੀਂ ਕੀਤਾ ਜਾਂ ਕਿਸੇ ਪੁਜਾਰੀ ਨੂੰ ਇੰਨਾ ਦਾਨ ਨਹੀਂ ਕੀਤਾ ਤਾਂ ਤੁਹਾਨੂੰ ਪਾਪ ਲੱਗੇਗਾ। ਪਰ ਜੇ ਤੂੰ ਉਸ ਨੂੰ ਗੁਰੂ ਮੰਨ ਕੇ ਦਾਨ ਕਰਦਾ ਹੈ ਤਾਂ ਤੁਹਾਨੂੰ ਪੁੰਨ ਲੱਗੇਗਾ। ਪਾਪ ਅਤੇ ਪੁੰਨ, ਜੇ ਦਾਨ ਨਹੀਂ ਕਰਦਾ, ਜੇ ਆਹ ਕਰਮ ਨਹੀਂ ਕਰਦਾ ਤਾਂ ਪਾਪ ਲੱਗਣਾ ਹੈ, ਪਰ ਜੇ ਇਹੋ ਜੇ ਤੂੰ ਉਹਦੇ ਦੱਸੇ ਮੁਤਾਬਕ ਕੰਮ ਕਰਦਾ ਹੈ ਤਾਂ ਭਾਈ ਤੈਨੂੰ ਪੁੰਨ ਲੱਗਣਾ ਹੈ। ਆਹ ਪਾਪ ਪੁੰਨ ਦੇ ਚੱਕਰਾਂ ਦੇ ਕਰਕੇ ਲੋਕਾਂ ਨੂੰ ਵੱਡੇ ਵੱਡੇ ਲਾਲਚ, ਨਰਕ ਸੁਰਗ ਦੇ ਲਾਲਚ ਦਿੱਤੇ ਗਏ। ਜੇ ਤੁਸੀਂ ਭਾਈ ਪਾਪ ਕਰਦੇ ਹੋ ਤਾਂ ਨਰਕਾਂ ਵਿੱਚ ਜਾਵੋਗੇ, ਜੇ ਪੁੰਨ ਕਰਦੇ ਹੋ ਤਾਂ ਸਵਰਗਾਂ ਵਿੱਚ ਜਾਵੋਗੇ। ਇਹੋ ਜਿਹੀਆਂ ਗੱਲਾਂ ਨੇ ਜੋ ਸਤਿਗੁਰੂ ਜੀ ਕਹਿੰਦੇ ਆਹ ਸਿਮਰਤੀਆਂ ਸ਼ਾਸਤਰਾਂ ਵਿੱਚੋਂ ਆਈਆਂ ਨੇ। ਅੱਗੇ ਸਤਿਗੁਰੂ ਜੀ ਦੱਸਦੇ ਨੇ, ਕਹਿੰਦੇ ਸਿਮਰਤ ਸ਼ਾਸਤਰ
ਪੁੰਨ ਪਾਪ ਵਿਚਾਰਦੇ, ਇਹ ਸਿਰਫ ਪੁੰਨ ਪਾਪ ਹੀ ਵਿਚਾਰਦੇ ਰਹਿੰਦੇ ਨੇ। ਤੱਤੈ ਸਾਰ ਨਾ ਜਾਣੀ, ਤੱਤ ਦੀ ਗੱਲ, ਤੱਤ ਦਾ ਭਾਵ ਹੁੰਦਾ ਨਿਚੋੜ, ਸੱਚ ਹੈ ਜਿਹੜੀ ਕੰਮ ਆਉਣ ਵਾਲੀ ਗੱਲ, ਇਹਦੇ ਵਿੱਚ ਕੁਝ ਵੀ ਨਹੀਂ। ਗੁਰੂ ਅਰਜਨ ਸਾਹਿਬ ਨੂੰ ਆਪਾਂ ਪੜ੍ਹਦੇ ਹਾਂ ਨਾ ਸੁਖਮਨੀ ਬਾਣੀ ਦੇ ਵਿੱਚ, ਬਸ ਗੱਲ ਇਹ ਹੈ ਕਿ ਅਸੀਂ ਪੜ੍ਹਦੇ ਹਾਂ, ਕਦੇ ਕਮਾਉਣ ਦਾ ਯਤਨ ਨਹੀਂ ਕਰਦੇ। ਜੇ ਆਹ ਗੱਲਾਂ ਨੂੰ ਪੜ੍ਹ ਕੇ ਅਸੀਂ ਮੰਨ ਲਿਆ ਹੋਵੇ ਨਾ, ਆਪਾਂ ਉਪਦੇਸ਼ ਤਾਂ ਪੜ੍ਹ ਲੈਂਦੇ ਹਾਂ ਕਿ ਸਤਿਗੁਰ ਕੀ ਬਾਣੀ ਸਤ ਸਤ ਕਰਕੇ ਜਾਣਨੀ ਚਾਹੀਦੀ ਹੈ, ਬਸ ਇਹ ਸਾਡੇ ਪੜ੍ਹਨ ਤੱਕ ਸੀਮਤ ਹੈ ਕਿ ਗੁਰੂ ਜਿਹੜਾ ਗੱਲ ਕਹਿੰਦਾ ਹੈ ਸੱਚ ਹੀ ਕਹਿੰਦਾ ਹੈ। ਠੀਕ ਹੈ ਭਾਈ, ਸੱਚ ਕਹਿੰਦਾ, ਪਰ ਕਮਾਉਣਾ ਕਿਹਨੇ ਹੈ? ਕਮਾਉਣਾ ਵੀ ਤਾਂ ਅਸੀਂ ਹੈ ਨਾ। ਹਾਂ, ਗੁਰੂ ਸੱਚ ਕਹਿੰਦਾ ਹੈ, ਗੁਰੂ ਸਹੀ ਗੱਲ ਕਹਿੰਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚੀ ਹੈ, ਪਰ ਫਿਰ ਦੀਵੇ ਚੁੱਕ ਕੇ, ਫਿਰ ਮੜੀਆਂ ਨੂੰ ਕਦੇ ਕੱਚੀਆਂ ਲੱਸੀਆਂ ਚੱਕ ਕੇ ਕਦੇ ਕਿੱਧਰ ਤੁਰੇ ਫਿਰਦੇ ਆ। ਗੁਰੂ ਸੱਚ ਗੱਲ ਕਹਿੰਦਾ, ਅਤੇ ਖੋਟ ਤਾਂ ਇਹਦਾ ਭਾਵ ਸਾਡੇ ਵਿੱਚ ਹੈ, ਗੱਲ ਤਾਂ ਅਸੀਂ ਨਹੀਂ ਨਾ ਮੰਨਦੇ। ਆ ਸਤਿਗੁਰੂ ਜੀ ਪੜ੍ਹਿਓ, ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨ ਜਾਣੀ। ਇਹਨਾਂ ਵਿੱਚ ਤੱਤ ਦੀ ਗੱਲ ਕੋਈ ਵੀ ਨਹੀਂ, ਸੱਚ ਹੈ ਜਿਹੜਾ ਕੁਝ ਵੀ ਨਹੀਂ ਹੈ ਇਹਨਾਂ ਵਿੱਚ। ਜ਼ਿੰਦਗੀ ਦਾ ਜਿਹਨੇ ਕੰਮ ਆਉਣਾ ਹੈ ਉਹ ਜੀ ਤਾਕਤ ਵਾਲੀ ਗੱਲ ਇਹਦੇ ਵਿੱਚ ਕੋਈ ਵੀ ਨਹੀਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇੱਥੋਂ ਤੱਕ ਕਿਹਾ, ਕਿਉਂਕਿ ਆਪਾਂ ਬਹੁਤੀ ਵਾਰ ਗੱਲ ਪਤਾ ਕਿੱਥੇ ਲਾ ਲੈਂਦੇ ਕਿ ਇੱਦਾਂ ਨਹੀਂ ਬੋਲਣਾ ਚਾਹੀਦਾ। ਕਿਉਂ ਨਹੀਂ ਬੋਲਣਾ ਚਾਹੀਦਾ? ਜੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਆਪਣੇ ਆਪ ਨੂੰ ਗੁਰੂ ਦੇ ਸੇਵਕ ਅਖਵਾਉਂਦੇ ਹਾਂ, ਗੁਰੂ ਦੀ ਬਾਣੀ ਪੜ੍ਹਨ ਦੇ ਵਿੱਚ ਦਿੱਕਤ ਕੀ ਹੈ? ਇਹਦੇ ਵਿੱਚ ਛੁਪਾਉਣ ਵਾਲੀ ਗੱਲ ਕਿਹੜੀ ਹੈ? ਪਾਤਸ਼ਾਹ ਜੀ ਤਾਂ ਗੱਲ ਇਹ ਕਹਿੰਦੇ ਨੇ, ਜਿਨ ਗੁਰ ਗੋਪਿਆ ਆਪਣਾ ਸਿਨਰ ਬੁਰਿਆਰੀ। ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਛੁਪਾਉਂਦਾ ਉਹ ਭਾਈ ਬੁਰੇ ਨੇ, ਮਾੜੇ ਨੇ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਉਹ ਸਲੋਕ ਆਪਾਂ ਹਰ ਵਾਰ ਸੁਖਮਨੀ ਦੇ ਵਿੱਚ ਪੜ੍ਹਦੇ ਹਾਂ। ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢੰਡੋਲ। ਪੜ੍ਹੇ ਨਹੀਂ, ਉਹਨਾਂ ਨੂੰ ਖੋਜ ਕੇ ਵੇਖਿਆ, ਬੜੇ ਵਾਰੀ ਉਹਨਾਂ ਨੂੰ ਫਰੋਲਾ ਫਰਾਲੀ ਕਰਕੇ ਵੇਖ ਲਿਆ। ਵੇਖੇ ਨੇ ਉਹ ਢੰਡੋਲ ਕੇ, ਖੋਜ ਕੇ ਵੇਖੇ ਨੇ। ਅਤੇ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਬਹੁ ਸ਼ਾਸਤਰ ਬਹੁ ਸਿਮਰਤੀ, ਬਹੁਤ ਵਾਰੀ ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢੰਡੋਲ। ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹਨਾਂ ਦੀਆਂ ਗੱਲਾਂ ਨੇ ਨਾ ਜਿਹੜੀਆਂ, ਇਹਦੇ ਵਿੱਚ ਜਿਹੜਾ ਕੁਝ ਇਹਨਾਂ ਵਿੱਚ ਦੱਸਿਆ ਹੋਇਆ ਹੈ, ਇਹ ਤਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਕਦੇ ਰੀਸ ਵੀ ਨਹੀਂ ਕਰ ਸਕਦੀ, ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦੀ। ਇਹਨਾਂ ਵਿੱਚ ਤਾਂ ਕੰਮ ਹੀ ਨਹੀਂ ਕੋਈ। ਇਹਨਾਂ ਵਿੱਚ ਤਾਂ ਇੱਕ ਅਕਾਲ ਪੁਰਖ ਪਰਮਾਤਮਾ ਦੇ ਜੁੜਨ ਦਾ ਕੋਈ ਸੰਦੇਸ਼ ਸੱਦਾ ਹੈ ਹੀ ਨਹੀਂ। ਜਿਹੜੇ ਇੱਕ ਦੇ ਨਾਲ, ਉਸ ਮਾਲਕ ਦੇ ਨਾਲ ਜੁੜਨਾ ਸੀ, ਇਹਦੇ ਵਿੱਚ ਕੁਝ ਵੀ ਨਹੀਂ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਠੋਕ ਵਜਾ ਕੇ ਗੁਰਬਾਣੀ ਇਹ ਗੱਲ ਕਹਿੰਦੀ ਹੈ। ਅਤੇ ਸਾਡੇ ਆਮ ਜਦੋਂ ਆਪਾਂ ਇੱਦਾਂ ਗੱਲਾਂ ਕਰੀਏ, ਮਾੜਾ ਨਹੀਂ ਕਿਸੇ ਨੂੰ ਕਹਿਣਾ ਚਾਹੀਦਾ। ਮਾੜਾ ਕਿਹਨੂੰ ਕਹਿ ਰਹੇ ਹਾਂ? ਅਸੀਂ ਤਾਂ ਗੁਰੂ ਦੀ ਗੱਲ ਨੂੰ ਸਮਝਾ ਰਹੇ ਹਾਂ ਨਾ, ਕਿ ਐਵੇਂ ਜ਼ਿੰਦਗੀ ਖੁਆਰ ਕਰਨ ਦੇ ਨਾਲੋਂ, ਐਵੇਂ ਜ਼ਿੰਦਗੀ ਕਰਮ ਕਾਂਡਾਂ ਵਿੱਚ ਲੰਘਾਉਣ ਦੇ ਨਾਲੋਂ, ਫਲਾਣੇ ਬਾਬੇ ਨੇ ਕਿਹਾ, ਫਲਾਣੇ ਸਾਨੂੰ ਪੰਡਤ ਨੇ ਆਹ ਗੱਲ ਦੱਸੀ ਆ, ਜਾਂ ਲੋਕ ਆਹ ਕਰਦੇ ਨੇ, ਆਹ ਚੀਜ਼ਾਂ ਜ਼ਰੂਰੀ ਨੇ, ਆਹ ਸਾਰਾ ਜਿਹੜਾ ਬੋਝ ਹੈ ਆਹ ਗੁਰਬਾਣੀ ਸਾਡਾ ਕੱਢਣਾ ਚਾਹੁੰਦੀ ਹੈ। ਕਿਆ ਕੱਢ ਦਿਓ? ਕਿਹਦੇ ਆਧਾਰ 'ਤੇ ਚੱਲਦੇ ਹੋ? ਕਿਹਨੂੰ ਮੰਨਦੇ ਹੋ? ਅਤੇ ਸਾਡੇ ਬਹੁਤੇ ਸਮਾਜ ਦੀ ਇਹ ਦੁਰਦਸ਼ਾ ਹੈ ਕਿ ਜੇ ਬੰਦਾ ਚੜ੍ਹਾਈ ਕਰਨ ਵਾਲਾ ਹੋਵੇ ਨਾ, ਹਾਂਜੀ ਕੀ ਹੈ, ਬੰਦਾ ਜੀ ਬਸ ਸਵਾਸਾਂ 'ਤੇ ਹੀ ਆ, ਬਸ ਮੌਤ ਚੰਗੀ ਆ ਜਾਵੇ, ਗੀਤਾ ਦਾ ਪਾਠ ਸੁਣਾਉਣਾ। ਗੀਤਾ ਆਈ ਕਿੱਥੋਂ? ਸਾਡਾ ਤਾਂ ਕੋਈ ਸੰਬੰਧ ਹੀ ਨਹੀਂ ਨਾ ਉਹਦੇ ਨਾਲ, ਕਿੱਥੋਂ ਆਈ? ਸਾਨੂੰ ਕੀ ਪਤਾ ਹੈ? ਆ ਜਿਹੜੇ ਗ੍ਰੰਥਾਂ ਨੂੰ ਸਤਿਗੁਰੂ ਜੀ ਕਹਿ ਰਹੇ ਨੇ, ਤੱਤ ਦੀ ਗੱਲ ਹੀ ਨਹੀਂ ਜਿਹੜੇ ਜਾਣਦੇ, ਜਿਨ੍ਹਾਂ ਵਿੱਚ ਸਿਰਫ ਪਾਪ ਪੁੰਨ ਦੀਆਂ ਗੱਲਾਂ ਨੇ, ਜਿਨ੍ਹਾਂ ਵਿੱਚ ਲੋਕਾਂ ਨੂੰ ਸਿਰਫ ਜ਼ਾਤਾਂ ਪਾਤਾਂ ਦਾ ਜ਼ਹਿਰ ਦਿੱਤਾ ਗਿਆ, ਉਹਨਾਂ ਵਿੱਚੋਂ ਆ ਗੀਤਾ ਨਿਕਲ ਕੇ ਆਈ ਆ। ਅਸੀਂ ਲੋਕ ਅੱਜ ਉਹਨੂੰ ਚੱਕੀ ਫਿਰਦੇ ਹਾਂ ਕਿ ਆਹ ਮਰਨ ਲੱਗੇ ਸੁਣਾਉਣੀ ਚਾਹੀਦੀ ਹੈ, ਆਹ ਮਰਨ ਲੱਗਿਆ ਸੁਣਾਉਣੀ ਚਾਹੀਦੀ ਹੈ। ਅਤੇ ਠੀਕ ਹੈ, ਚਲੋ ਉਹਦਾ ਹੀ ਰੂਪ ਬਦਲ ਕੇ ਆਪਾਂ ਹਾਂਜੀ ਅਖੀਰ 'ਤੇ ਚੌਪਈ ਦਾ ਪਾਠ ਕਰ ਦਿਓ ਜਾਂ ਜਪਜੀ ਦਾ ਪਾਠ ਕਰ। ਜ਼ਿੰਦਗੀ ਗੁਰਬਾਣੀ ਮਰਨ ਲਈ ਥੋੜ੍ਹੀ ਹੈ। ਗੁਰਬਾਣੀ ਤਾਂ ਕਹਿੰਦੀ ਭਾਈ ਜਿਉਂ, ਗੁਰਬਾਣੀ ਤਾਂ ਸਾਨੂੰ ਜਿਉਣਾ ਸਿਖਾਉਂਦੀ ਹੈ, ਮਰਨ ਨੂੰ ਥੋੜ੍ਹੀ ਕਹਿੰਦੀ ਹੈ। ਗੁਰਬਾਣੀ ਇਹ ਥੋੜ੍ਹੀ ਕਹਿੰਦੀ ਹੈ ਕਿ ਮਰ ਜਾ ਤੂੰ, ਤੈਨੂੰ ਪਾਠ ਸੁਣਾ ਕੇ ਅਸੀਂ ਮਾਰ ਦੇਣਾ ਹੈ, ਜਾਂ ਪਾਠ ਜਿਹਨੂੰ ਸੁਣਾਵਾਂਗੇ ਬੰਦੇ ਨੇ ਉਹਨੇ ਚੜ੍ਹਾਈ ਕਰ ਜਾਣੀ ਹੈ।
ਤਾਂ ਕਹਿੰਦੀ ਭਾਈ ਤੰਦਰੁਸਤ ਹੋ, ਠੀਕ ਹੋ ਤੂੰ। ਤਾਂ ਗੁਰਬਾਣੀ ਤਾਂ ਜਿਉਣਾ ਸਿਖਾਉਂਦੀ ਹੈ, ਮਰਨ ਦੇ ਨਾਲ ਥੋੜ੍ਹੀ ਸੰਬੰਧ ਹੈ ਗੁਰਬਾਣੀ ਦਾ, ਜਿਉਣ ਦੇ ਨਾਲ ਹੈ। ਤੇ ਸਤਿਗੁਰੂ ਜੀ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ। ਆ ਸਿਮਰਤੀਆਂ ਸ਼ਾਸਤਰ ਨੇ ਜਿਹੜੇ ਆਏ ਕਿੱਥੋਂ? ਚਾਰ ਵੇਦ ਕਹੇ ਜਾਂਦੇ ਨੇ। ਵਿਚਾਰਧਾਰਾ ਇਹਨਾਂ ਦੀ ਇੱਕੋ ਹੀ ਹੈ, ਅੱਗੇ ਦੀ ਅੱਗੇ ਜਿੱਦਾਂ ਆਪਾਂ ਕਹਿ ਦਈਏ ਉਹਨਾਂ ਨੂੰ ਐਕਸਪਲੇਨ ਕਰਦੇ ਰਹੀਏ, ਅੱਗੇ ਦੀ ਅੱਗੇ ਪੋਥੀਆਂ ਬਣਦੀਆਂ, ਉਹਨਾਂ ਦੀ ਵਿਚਾਰ ਬਣਦੀ ਰਹੀ। ਚਾਰ ਵੇਦਾਂ ਦੇ ਵਿੱਚੋਂ ਸ਼ਾਸਤਰ ਆਏ 6 ਸ਼ਾਸਤਰ, ਅਤੇ 6 ਸ਼ਾਸਤਰਾਂ ਦੇ ਵਿਚਾਰ ਨੂੰ ਅੱਗੇ 27 ਸਿਮਰਤੀਆਂ ਲੈ ਕੇ ਆਈਆਂ। ਸਿਮਰਤੀਆਂ ਵੇਦਾਂ ਦੇ ਵਿੱਚੋਂ ਸ਼ਾਸਤਰ ਨਿਕਲੇ, ਸ਼ਾਸਤਰਾਂ ਦੇ ਵਿੱਚੋਂ ਅੱਗੇ ਸਿਮਰਤੀਆਂ ਨਿਕਲੀਆਂ। ਭਾਵ ਇਹਨਾਂ ਦੀ ਅੱਗੇ ਵਿਚਾਰ ਹੈ, ਜਿਵੇਂ ਸਮਾਂ ਪਾ ਕੇ ਉਹਦੀ ਵਿਆਖਿਆ ਹੁੰਦੀ ਰਹੀ, ਉਹਨਾਂ ਨੂੰ ਖੋਲ੍ਹ ਕੇ ਅੱਗੇ ਨਵੀਆਂ ਪੋਥੀਆਂ ਤਿਆਰ ਹੁੰਦੀਆਂ ਰਹੀਆਂ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜ੍ਹਾਂਗੇ ਨਾ, ਸਤਿਗੁਰੂ ਜੀ ਦੱਸਦੇ ਨੇ ਇਹ 27 ਸਿਮਰਤੀਆਂ ਨੇ ਜਿਹੜੀਆਂ, ਇਹਨਾਂ ਦੇ ਵਿੱਚੋਂ ਇੱਕ ਹੈ ਮਨੂ ਸਿਮਰਤੀ। ਮਨੂ ਸਿਮਰਤੀ ਜਿਹਦੇ ਵਿੱਚ ਲੋਕਾਂ ਨੂੰ 4 ਵਰਨਾਂ ਦੇ ਵਿੱਚ ਵੰਡਣ ਦਾ ਉਪਦੇਸ਼ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਵੰਡ ਦਿੱਤਾ ਲੋਕਾਂ ਨੂੰ। ਉਹਦੇ ਵਿੱਚ ਉਪਦੇਸ਼ ਹੈ 4 ਵਰਨਾਂ ਵਿੱਚ ਵੰਡਣ ਦਾ। ਉਹਦੇ ਵਿੱਚ ਉਪਦੇਸ਼ ਹੈ ਔਰਤ ਨੂੰ ਹਮੇਸ਼ਾ ਨੀਚਾ ਦਿਖਾਉਣ ਦਾ। ਉਹਦੇ ਵਿੱਚ ਉਪਦੇਸ਼ ਹੈ ਕਿ ਔਰਤ ਹੈ ਜਿਹੜੀ ਹਮੇਸ਼ਾ ਕੈਦ ਰਹਿਣੀ ਚਾਹੀਦੀ ਹੈ, ਇਹ ਪਰਦੇ ਵਿੱਚ ਰਹਿਣੀ ਚਾਹੀਦੀ ਹੈ, ਇਹਨੂੰ ਕਦੇ ਆਜ਼ਾਦੀ ਨਹੀਂ ਮਿਲਣੀ ਚਾਹੀਦੀ, ਇਹ ਗੁਲਾਮੀ ਦਾ ਪ੍ਰਤੀਕ ਹੈ, ਇਹ ਕਦੇ ਮੁਕਤ ਨਹੀਂ ਹੋ ਸਕਦੀ, ਇਹ ਕਦੇ ਧਾਰਮਿਕ ਨਹੀਂ ਬਣ ਸਕਦੀ। ਅਤੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਉਪਦੇਸ਼ ਪੜ੍ਹਦੇ ਹਾਂ ਨਾ, ਜਦੋਂ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਵੇਦ ਕੀ ਪੁੱਤਰੀ ਸਿਮਰਤੀ ਭਾਈ, ਸੰਕਲ ਜੇਵਰੀ ਲੈ ਹੈ ਆਈ। ਇਹ ਸੰਗਲ ਲੈ ਕੇ ਆਈ ਹੈ, ਬੇੜੀਆਂ ਸਾਡੇ ਲਈ ਬੇੜੀਆਂ ਲੈ ਕੇ ਆਈ ਹੈ। ਸੰਕਲ ਜੇਵਰੀ, ਜੇਵਰੀ ਭਾਵ ਸਾਡੇ ਲਈ ਮੰਨ ਲਓ ਵੀ ਸੰਗਲ ਹੁੰਦਾ ਹੈ, ਅਤੇ ਬੇੜੀਆਂ ਰੱਸੀਆਂ ਲੈ ਕੇ ਆਈ ਹੈ, ਕਰਮ ਕਾਂਡਾਂ ਦੀਆਂ ਰੱਸੀਆਂ, ਵਹਿਮਾਂ ਭਰਮਾਂ ਦੇ ਸੰਗਲ ਸਾਡੇ ਵਾਸਤੇ ਲੈ ਕੇ ਆਈ ਹੈ। ਲੋਕ ਜਾਤਾਂ ਪਾਤਾਂ ਦੇ ਵਿੱਚ ਵੰਡੇ ਗਏ, ਜਾਤ ਹੰਕਾਰ ਦੇ ਸੰਗਲ ਲੈ ਕੇ ਆਈ ਹੈ। ਕਰਮਾਂ ਕਾਂਡਾਂ ਦੀਆਂ ਰੱਸੀਆਂ ਨੇ, ਉਹਨਾਂ ਵਿੱਚ ਲੋਕ ਬੱਝੇ ਹੋਏ ਨੇ। ਅਸਿਮਰਤੀਆਂ ਆਹ ਕੰਮ ਕਰਦੀਆਂ ਨੇ, ਇਹਨਾਂ ਵਿੱਚ ਤਾਂ ਕੋਈ ਤੱਤ ਦੀ ਗੱਲ ਹੀ ਨਹੀਂ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਸਿਰਫ ਪੁੰਨ ਪਾਪ ਲੋਕਾਂ ਨੂੰ ਡਰਾ ਰਹੇ ਨੇ, ਪਾਪ ਦੇ ਨਾਂ 'ਤੇ ਡਰਾਤਾ, ਪੁੰਨ ਦਾ ਜਿਹੜਾ ਲਾਲਚ ਦੇ ਕੇ ਅਗਲੇ ਸਵਰਗਾਂ ਤੱਕ। ਅਤੇ ਗੱਲ ਇੱਥੋਂ ਤੱਕ ਨਹੀਂ ਹੈ ਜਿਹੜੀ ਆਪਾਂ ਵਿਚਾਰਨੀ ਹੈ। ਅਗਲਿਆਂ ਦਾ ਸਿਧਾਂਤ ਹੈ ਕਿਵੇਂ ਮਰਜ਼ੀ ਕਰਨ, ਪਰ ਜਦੋਂ ਗੱਲ ਨੂੰ ਸਮਝਾਂਗੇ ਕਿ ਸਾਡੇ ਵਿੱਚ ਕੀ ਹੈ। ਆਹ ਜਿਹੜੀ ਵਿਚਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੇ ਗਏ ਨੇ ਕਿ ਭਾਈ ਇਹਨਾਂ ਦੇ ਵਿੱਚ ਆਹ ਸਾਰਾ ਕੁਝ ਲਿਖਿਆ ਹੋਇਆ ਹੈ, ਉਹ ਸਿਰਫ ਨਰਕਾਂ ਸੁਰਗਾਂ ਦੇ ਡਰ, ਪਾਪ ਪੁੰਨ ਦੀਆਂ ਗੱਲਾਂ ਕਰਦੇ ਨੇ। ਅਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦਾ ਜਦੋਂ ਆਪਾਂ ਉਪਦੇਸ਼ ਪੜ੍ਹਦੇ ਹਾਂ, ਉਹ ਵੀ ਇਹ ਗੱਲ ਕਰਦੇ ਨੇ, ਕਹਿੰਦੇ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਵੇਦਾਂ ਦੇ ਵਿੱਚੋਂ ਕਥਾ ਕਹਾਣੀਆਂ ਆਈਆਂ ਸਿਰਫ ਪਾਪ ਪੁੰਨ ਵਿਚਾਰਦੀਆਂ ਨੇ, ਕਿਉਂਕਿ ਸਾਡਾ ਬਹੁਤਾ ਤਬਕਾ ਅੱਜ ਵੀ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਮੰਨਦਾ ਹੈ, ਉਹਨਾਂ ਨੂੰ ਮੰਨਦਾ ਹੈ ਜਿਹਨੂੰ ਕਦੇ ਗੁਰੂ ਸਾਹਿਬ ਜੀ ਦੀ ਬਾਣੀ ਰੱਦ ਕਰ ਚੁੱਕੀ ਹੈ ਕਿ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਹੈ। ਇਹ ਤਾਂ ਬੜੇ ਖੋਲ੍ਹ ਕੇ ਵੇਖ ਲਏ, ਬੜੇ ਵਿਚਾਰ ਕੇ ਵੇਖ ਲਏ, ਇਹਨਾਂ ਵਿੱਚ ਮਿਲੇ ਹੀ ਕੁਝ ਨਹੀਂ। ਸਿਰਫ ਲੋਕਾਂ ਨੂੰ ਜ਼ਹਿਰ ਦਿੱਤਾ ਗਿਆ, ਇਹਦੇ ਵਿੱਚ ਜਾਤਾਂ ਪਾਤਾਂ ਦਾ ਲੋਕਾਂ ਨੂੰ ਵੰਡਿਆ ਗਿਆ, ਲੋਕਾਂ ਦੇ ਵਿੱਚ ਵਿਤਕਰੇ ਖੜੇ ਕੀਤੇ ਗਏ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ, ਕੁਝ ਵੀ ਨਹੀਂ ਮਿਲਿਆ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਬਸ ਆਹ ਕੁਝ ਹੈ ਇਹਦੇ ਵਿੱਚ ਤਾਂ। ਇਹਦੇ ਵਿੱਚ ਤਾਂ ਸਾਰਾ ਕੁਝ ਹੀ ਬਸ ਪੁੱਠਾ ਸਿੱਧਾ ਹੈ, ਦੇਣਾ ਲੈਣਾ ਹੈ, ਦਾਨ ਪੁੰਨ ਕਰ ਦੇਣਾ ਅਤੇ ਕਿਸੇ ਨੇ ਲੈ ਲੈਣਾ। ਆਹ ਕੁਝ ਪਿਆ ਹੋਇਆ ਕਿ ਇਹਨੂੰ ਗੁਰੂ ਮੰਨ ਕੇ ਤੁਸੀਂ ਬਾਹਮਣ ਨੂੰ ਗੁਰੂ ਮੰਨ ਕੇ, ਪੁਜਾਰੀ ਨੂੰ ਗੁਰੂ ਮੰਨ ਕੇ ਬਸ ਦਾਨ ਕਰਦੇ ਰਹੋ, ਤੁਹਾਨੂੰ ਸਵਰਗ ਮਿਲਣਾ ਹੈ ਮਰਨ ਤੋਂ ਬਾਅਦ। ਜੇ ਉਹਦੀ ਗੱਲ ਨਾ ਮੰਨੀ ਫਿਰ ਤੁਹਾਡੇ ਇਹ ਪਾਪ ਹੋਣਗੇ, ਤੁਸੀਂ ਨਰਕਾਂ ਵਿੱਚ ਜਾਵੋਗੇ। ਆਹ ਡਰ ਪਾਏ ਹੋਏ ਨੇ, ਆਹ ਡਰ ਨੇ ਜਿੱਤੋਂ ਬੰਦਾ ਕਦੇ ਮੁਕਤ ਹੀ ਨਹੀਂ ਹੋ ਸਕਦਾ, ਸਾਰੀ ਜ਼ਿੰਦਗੀ ਖੁਆਰ ਹੁੰਦਾ ਰਹਿੰਦਾ। ਅੱਜ ਵੀ ਬਹੁਤੇ ਨੇ, ਬੜੇ ਵਾਰ ਆਪਾਂ ਗੱਲ ਸਮਝੀ ਹੈ, ਸਵੇਰੇ ਬਹਿ ਜਾਣਗੇ ਟੈਲੀਵਿਜ਼ਨ ਮੂਹਰੇ ਕਿ ਅੱਜ ਕੀ ਕਿਸੇ ਟੈਲੀਵਿਜ਼ਨ 'ਤੇ ਕਿਸੇ ਚੈਨਲ 'ਤੇ ਕਿਸੇ ਪੁਜਾਰੀ ਨੇ ਆਉਣਾ, ਕੀ ਉਪਦੇਸ਼ ਦਿੱਤਾ, ਅੱਜ ਦੀ ਰਾਸੀ ਸਾਡੀ
ਕੀ ਕਹਿੰਦੇ ਹਰ ਰੋਜ਼ ਦਾ ਐਵੇਂ ਦਾ ਕੰਮ ਹੈ ਬੰਦੇ ਦਾ, ਸਾਰਾ ਦਿਨ ਖੁਆਰ, ਇਸੇ ਡਰ ਦੇ ਵਿੱਚ ਆਹ ਨਾ ਹੋ ਜੇ, ਕਿਤੇ ਆਹ ਨਾ ਹੋ ਜੇ, ਆਹ ਨੁਕਸਾਨ। ਸਤਿਗੁਰੂ ਦੀ ਬਾਣੀ ਕਹਿੰਦੀ ਭਾਈ ਜਿਉਣਾ ਸਿੱਖ ਤੂੰ, ਚੰਗੇ ਕਰਮ ਕਮਾ ਕੇ ਚੰਗੇ ਕੰਮਾਂ ਦੇ ਵਿੱਚ ਜਿਉਣਾ ਸਿੱਖ, ਤੈਨੂੰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ। ਕਰਮ ਕਾਂਡਾਂ ਦੇ ਵਿੱਚ ਤਾਂ ਬੰਧਨ ਨੇ, ਬੰਧਨਾਂ ਦੇ ਵਿੱਚ ਜਿਉਂ ਥੋੜ੍ਹੀ ਸਕਦਾ ਹੈ। ਸਤਿਗੁਰੂ ਜੀ ਤਾਂ ਸਾਨੂੰ ਬੰਧਨਾਂ ਤੋਂ ਮੁਕਤ ਕਰਦੇ ਨੇ, ਬੰਧਨਾਂ ਤੋਂ ਮੁਕਤ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਤੱਤਾ ਸਾਰ ਨਾ ਜਾਣੀ। ਤੱਤ ਦੀ ਗੱਲ ਜਿਹੜੇ ਨਹੀਂ ਬੁੱਝਦੇ, ਜਿਹੜੇ ਤੱਤ ਨੂੰ ਨਹੀਂ ਸਮਝਦੇ, ਉਹ ਸਿਰਫ ਇਹਨਾਂ ਵਿੱਚ ਖਾਰ ਹੁੰਦੇ ਨੇ, ਕਿਉਂਕਿ ਇਹਨਾਂ ਵਿੱਚ ਤੱਤ ਦੀ ਕੋਈ ਗੱਲ ਹੀ ਹੈ ਨਹੀਂ, ਸੱਚ ਕੋਈ ਹੈ ਹੀ ਨਹੀਂ। ਪੜ੍ਹੋ ਇਹਨੂੰ, ਵਿਚਾਰੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੋ, ਤਾਂ ਜੋ ਇਹਨਾਂ ਨਾਲੋਂ ਟੁੱਟ ਸਕੀਏ, ਇਹਨਾਂ ਤੋਂ ਮੁਕਤ ਹੋ ਸਕੀਏ। ਭਾਵੇਂ ਕਿ ਅਸੀਂ ਪੜ੍ਹਨੇ ਛੱਡ ਦਿੱਤੇ, ਸਾਨੂੰ ਉਹਨਾਂ ਬਾਰੇ ਬਹੁਤਾ ਪਤਾ ਨਹੀਂ, ਪਰ ਅੱਜ ਤੱਕ ਸਾਡੇ ਸਮਾਜ ਦੇ ਵਿੱਚ, ਸਾਡੇ ਵਿੱਚ ਜਿੰਨਾ ਕੁਝ ਹੋ ਰਿਹਾ ਹੈ, ਜਿੰਨਾ ਕੁਝ ਅਸੀਂ ਕਰਦੇ ਹਾਂ, ਬੱਚੇ ਦੇ ਜਨਮ ਤੋਂ ਲੈ ਕੇ ਅਖੀਰ ਮਰਨ ਤੱਕ ਜਿੰਨਾ ਕੁਝ ਸਾਡੇ ਵਿੱਚ ਕਰਮ ਕਾਂਡ ਨੇ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਉਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਬੱਚਾ ਜੰਮਦਾ ਬਾਅਦ 'ਚ ਕਾਲਾ ਟਿੱਕਾ ਪਹਿਲਾਂ, ਅੱਗੇ ਆ ਜਾਓ ਹੋਰ ਕੁਝ ਕਰਨ ਦੇ ਲਈ, ਨਾਮ ਰਖਾਉਣ ਦੇ ਲਈ ਬੜਾ ਕੁਝ ਹੈ ਉਹਦੇ ਵਾਸਤੇ, ਉਹਦੀ ਜ਼ਿੰਦਗੀ ਦੇ ਵਿੱਚ, ਜਾਂ ਉਹਨੂੰ ਕਰਨ ਦੇ ਲਈ ਉਹਦੇ ਬਚਪਨ ਦੇ ਵਿੱਚ ਕੋਈ ਇੱਦਾਂ ਹਵਾ ਨਾ ਲੱਗ ਜਾਵੇ, ਕੁਝ ਹੋ ਨਾ ਜਾਵੇ, ਕੁਝ ਬਣ ਦਿੱਤਾ, ਕੋਈ ਧਾਗਾ ਲਿਆ ਕੇ ਬਣ ਦਿੱਤਾ, ਕਿਵੇਂ ਦਾ ਕੁਝ ਕਰ ਦਿੱਤਾ। ਜਾਂ ਸਾਡੇ ਬਹੁਤੇ ਸਮਾਜ ਦੇ ਵਿੱਚ ਇਹ ਹੈ ਕਿ ਬੱਚਾ ਹੋ ਗਿਆ, ਮੁੰਡਨ ਕਰਾਉਣਾ ਹੈ। ਇਹ ਗੱਲਾਂ ਆਈਆਂ ਕਿੱਥੋਂ? ਗੁਰੂ ਗ੍ਰੰਥ ਸਾਹਿਬ 'ਚ ਤਾਂ ਕਿਤੇ ਲਿਖੀਆਂ ਵੀ ਨਹੀਂ, ਦੱਸਦੇ ਨਹੀਂ। ਵਿਆਹ ਹੋਣਾ ਹੈ ਤਾਂ ਸਾਰਾ ਕੁਝ, ਵਿਆਹ ਦੇ ਸਮੇਂ ਫਲਾਣੇ ਤੋਂ ਪੁੱਛੋ, ਆਹ ਕਰੀਏ, ਆਹ ਕਿਹੜਾ ਸਮਾਂ ਚੱਲ ਰਿਹਾ ਹੈ, ਕਿਵੇਂ ਕੁਝ, ਸਾਰਾ ਕੁਝ ਉਹ ਸਾਡੇ ਨਾਲ ਤਾਂ ਕੋਈ ਵਾਸਤਾ ਨਹੀਂ। ਉਹੀ ਵਿਚਾਰ ਮਰਨ ਵਾਲੇ ਤਾਂ ਦੇਖੋ, ਇੱਥੇ ਪਾਣੀ ਰੱਖਣਾ, ਇੱਥੇ ਡੋਲਣਾ, ਆਹ ਕੁਝ ਕਰਨਾ, ਐਵੇਂ ਕਰਨਾ, ਫੁੱਲ ਚੁਗਣੇ, ਇੱਥੇ ਪਾਉਣੇ। ਆਹ ਗੱਲਾਂ ਆਈਆਂ ਕਿੱਥੋਂ? ਉੱਧਰੋਂ ਹੀ ਆਈਆਂ। ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਕਿਤੇ ਵੀ ਲਿਖਿਆ ਨਹੀਂ। ਜੇ ਕਿਸੇ ਨੇ ਪੜ੍ਹਿਆ ਤਾਂ ਕੋਈ ਦੱਸ ਸਕਦਾ ਹੈ, ਜੇ ਕਿਸੇ ਨੂੰ ਪਤਾ ਹੈ, ਕਿਸੇ ਨੇ ਵਿਚਾਰਿਆ ਦੱਸ ਸਕਦਾ ਹੈ। ਪਰ ਸਾਡਾ ਜਿਹੜਾ ਸਿਧਾਂਤ ਹੈ ਉਹ ਇਹਨਾਂ ਕਰਮ ਕਾਂਡਾਂ ਨੂੰ ਮੰਨਦਾ ਨਹੀਂ। ਬੰਦਾ ਆਇਆ ਅਤੇ ਚੜ੍ਹਾਈ ਕਰ ਗਿਆ, ਠੀਕ ਹੈ, ਜਿਵੇਂ ਆਇਆ ਚਲਿਆ ਗਿਆ। ਕਰਮ ਕਾਂਡ ਥੋੜ੍ਹੀ ਕਰਨੇ ਨੇ। ਆਹ ਗੱਲਾਂ ਤੋਂ ਤਾਂ ਸਾਨੂੰ ਗੁਰੂ ਸਾਹਿਬ ਕੱਢ ਕੇ ਗਏ, ਇਹਨਾਂ ਬੰਧਨਾਂ ਤੋਂ। ਤਾਂ ਕਿੰਨਾ ਡਰ ਪਿਆ ਹੁੰਦਾ ਘਰ ਦੇ ਵਿੱਚ ਕੋਈ ਜੀਵ ਚੜ੍ਹਾਈ ਕਰ ਜਾਵੇ, ਕਿੰਨਾ ਡਰ, ਲੋਕ ਡਰੇ ਫਿਰਦੇ ਨੇ ਕਿ ਇੱਥੇ ਨਾ ਹੋ ਜਾਵੇ, ਆਹ ਨਾ ਹੋ ਜਾਵੇ, ਆਹ ਕੰਮ ਕਰਨ ਤੋਂ ਰਹਿ ਨਾ ਜਾਵੇ, ਐਵੇਂ ਨਾ ਕਰ ਦਈਏ, ਰੋਟੀ ਰੱਖੀ, ਪਾਣੀ ਰੱਖਿਆ, ਕਿੰਨਾ ਕੁਝ ਹੁੰਦਾ ਹੈ। ਇਹ ਗੱਲਾਂ ਆਈਆਂ ਕਿੱਥੋਂ? ਸਾਨੂੰ ਥੋੜ੍ਹੀ ਦੱਸੀਆਂ ਕਿਸੇ ਨੇ, ਸਾਨੂੰ ਕਿਸੇ ਨੇ ਸਮਝਾਈਆਂ ਥੋੜ੍ਹੀ। ਸਾਡੇ ਵਿੱਚ ਤਾਂ ਹੈ ਹੀ ਨਹੀਂ ਇਹ ਸਿਧਾਂਤ। ਬਸ ਇਹ ਹੈ ਜੇ ਅਸੀਂ ਪੜ੍ਹਨੇ ਛੱਡ ਦਿੱਤਾ, ਅਗਲਿਆਂ ਨੇ ਆਪਣੇ ਰੂਲ ਸਾਡੇ 'ਤੇ ਲਾਗੂ ਕਰ ਦਿੱਤੇ, ਕਿ ਆ ਕਦੇ ਮੁਕਤੀ ਨਾ ਹੋ ਸਕਣ ਇਹਦੇ ਵਿੱਚੋਂ। ਕਹਾਉਣ ਆਪਣੇ ਆਪ ਨੂੰ ਸਿੱਖ, ਪਰ ਕਰਮ ਇਹ ਸਾਡੇ ਵਾਲੇ ਕਰਨ। ਕਹਾਉਣ ਆਪਣੇ ਆਪ ਨੂੰ ਸਿੱਖ, ਉਹਨਾਂ ਨੂੰ ਸਾਡੇ ਸਿੱਖ ਹੋਣ ਦਾ ਨਹੀਂ ਕੋਈ ਡਰ ਹੈਗਾ। ਸਿੱਖ ਅਸੀਂ ਰਹਿ ਸਕਦੇ ਹਾਂ, ਸ੍ਰੀ ਸਾਹਿਬ ਕਿਰਪਾਨਾਂ ਵੀ ਪਾ ਸਕਦੇ ਹਾਂ, ਪਰ ਸਿੱਖ ਵਾਲੇ ਕੰਮ ਨਹੀਂ ਸਾਡੇ ਹੋਣੇ ਚਾਹੀਦੇ। ਬਸ ਕੰਮ ਸਾਡੇ ਉਹ ਵਿਪਰਵਾਦੀ ਸੋਚ ਵਾਲੇ ਹੋਣ। ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜ਼ੀ ਜਕਾਰਿਆਂ ਦੇ ਨਾਲ ਰਾਜ ਕਰੇਗਾ ਖਾਲਸਾ ਕਹੀ ਜਾਈਏ, ਇਹ ਸਾਡਾ ਥੋੜ੍ਹੀ ਹੈ ਜਦੋਂ ਸਾਡੀ ਡੋਰ ਹੀ ਕਿਸੇ ਹੋਰ ਦੇ ਹੱਥ ਵਿੱਚ ਹੈ। ਅਤੇ ਇਹਨਾਂ ਗੱਲਾਂ ਨੂੰ ਪ੍ਰਮੋਟ ਕਰਨ ਦੇ ਲਈ, ਇਹਨਾਂ ਗੱਲਾਂ ਨੂੰ ਸਾਡੇ ਵਿੱਚ ਲਿਆਉਣ ਦੇ ਲਈ ਅਗਲਿਆਂ ਨੇ ਇਹੋ ਜਿਹੇ ਗ੍ਰੰਥ, ਇਹੋ ਜਿਹੀਆਂ ਕਵਿਤਾਵਾਂ ਰਚੀਆਂ, ਤਿਆਰ ਕੀਤੀਆਂ ਕਿ ਤੁਸੀਂ ਮੰਨੋ ਇਸ ਗੱਲ ਨੂੰ ਕਿ ਆਹ ਸਾਰਾ ਕੁਝ ਸਾਡੇ ਵਿੱਚ ਹੈ। ਬਹੁਤ ਕੁਝ ਹੈ ਇੱਥੇ, ਧਾਰਮਿਕ ਗ੍ਰੰਥ ਤਿਆਰ ਕੀਤੇ ਗਏ, ਲਿਖੇ ਗਏ ਬਾਬਿਆਂ ਵੱਲੋਂ ਇੱਥੇ, ਕਿ ਆਹ ਗੱਲਾਂ ਨੂੰ ਮੰਨੋ। ਬੜਾ ਹੈ ਇੱਥੇ, ਗੁਰਬਾਣੀ ਨੂੰ ਆਧਾਰ ਬਣਾ ਕੇ ਬੜੀਆਂ ਕਿਤਾਬਾਂ ਤਿਆਰ ਕਰ ਦਿੱਤੀਆਂ। ਕੋਈ ਦੁੱਖ ਭੰਜਨੀ ਤਿਆਰ ਕਰਤੀ, ਕੋਈ ਸੰਕਟ ਮੋਚਨ ਤਿਆਰ ਕਰਤਾ, ਬਹੁਤ ਕੁਝ ਇੱਥੋਂ। ਆਹ ਗੁਟਕਾ ਫਲਾਣਾ ਹੈ ਅਤੇ ਆਹ ਗੁਟਕਾ ਫਲਾਣਾ ਹੈ, ਆਹ ਇਹਦੇ ਵਿੱਚ ਆਹ ਕੁਝ ਦੱਸਿਆ ਹੈ। ਸ਼ਬਦਾਂ ਨੂੰ ਤੋੜ ਮਰੋੜ ਕੇ, ਸ਼ਬਦਾਂ ਨੂੰ ਵੱਖੋ ਵੱਖਰੇ ਕਰਕੇ, ਆਹ ਸ਼ਬਦ ਇਸ ਵੇਲੇ ਪੜ੍ਹਨਾ ਚਾਹੀਦਾ, ਸ਼ਬਦ ਇਸ ਵੇਲੇ ਪੜ੍ਹਨਾ ਚਾਹੀਦਾ। ਅਗਲਿਆਂ ਨੇ ਉਹੀ ਕੰਮ ਕਰ ਦਿੱਤਾ ਜਿਹੜਾ ਅਗਲੇ ਚਾਹੁੰਦੇ ਸਨ। ਜਿਹੜੀਆਂ ਆ ਸਿਮਰਤ ਸ਼ਾਸਤਰਾਂ ਦੇ ਵਿੱਚ ਕੰਮ ਕੀਤੇ ਹੋਏ ਨੇ, ਪੁੰਨ ਪਾਪ ਵਿਚਾਰਦੇ, ਤੱਤਾ ਸਾਰ ਨਾ ਜਾਣੇ। ਅੱਜ ਵੀ ਤੁਸੀਂ ਨਾ ਕਈ ਵਾਰ ਫੋਨ ਦੇਖਦੇ ਹੋ, ਸ਼ਬਦ ਆਉਣਗੇ, ਆਹ ਸ਼ਬਦ ਪੜ੍ਹੇ ਦੇ ਨਾਲ ਦਿਨ ਤੁਹਾਡਾ ਸੁਖੀ, ਆਹ ਇੱਕ ਸ਼ਬਦ ਸੁਣ ਲਓ ਤੁਹਾਡੀ ਜ਼ਿੰਦਗੀ ਸੁਹੇਲੀ। ਬਸ ਆਹ ਗੱਲਾਂ ਇਹ ਅਗਲਿਆਂ ਨੇ ਸਾਡੇ ਵਿੱਚ ਪ੍ਰਮੋਟ ਕਰ ਦਿੱਤੀਆਂ ਕਿ ਤੁਸੀਂ ਵੀ ਆਹ ਗੱਲਾਂ ਮੰਨਦੇ ਰਹੋ, ਭਾਵੇਂ ਆਪਣੇ ਆਪ ਨੂੰ ਕਿੰਨੇ ਮਰਜ਼ੀ ਸਿੱਖ ਵੱਖਰੇ ਅਖਵਾ ਲਓ। ਪਰ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਵਿੱਚ ਕੁਝ ਵੀ ਨਹੀਂ। ਜਿਹੜਾ ਗੁਰੂ ਨੂੰ ਮੰਨਣ ਵਾਲਾ ਹੈ, ਜਿਹੜਾ ਗੁਰੂ ਨੂੰ ਮੰਨਦਾ ਹੈ, ਜਿਹੜਾ ਗੁਰੂ ਦਾ ਸਿਧਾਂਤ ਮੰਨੇਗਾ, ਉਹ ਸਿਰਫ ਗੁਰੂ ਦਾ ਰਹੇਗਾ, ਹੋਰ ਕਿਸੇ ਦੀ ਨਹੀਂ ਮੰਨਦਾ। ਉਪਦੇਸ਼ ਆਪਾਂ ਬੜੇ ਵਾਰ ਪੜ੍ਹਦੇ ਹਾਂ ਨਾ,
ਸਮਝਿਆ ਵੀ ਹੋਵੇਗਾ। ਕਬੀਰ ਸਾਹਿਬ ਜੀ ਆਖਦੇ ਨੇ, ਕਹਿੰਦੇ ਕਬੀਰ ਬਾਹਮਣ ਗੁਰੂ ਹੈ ਜਗਤ ਕਾ। ਜਗਤ ਦਾ ਹੋ ਸਕਦਾ ਹੈ, ਪਰ ਜਿਹੜਾ ਗੁਰੂ ਦਾ ਭਗਤ ਹੈ, ਗੁਰੂ ਦਾ ਜਿਹੜਾ ਸੇਵਕ ਹੈ, ਉਹਨਾਂ ਦਾ ਬਾਹਮਣ ਕਦੇ ਗੁਰੂ ਨਹੀਂ ਬਣ ਸਕਦਾ। ਕੋਈ ਬੰਦਾ ਉਹਨਾਂ ਦਾ ਗੁਰੂ ਨਹੀਂ ਬਣ ਸਕਦਾ। ਸਾਡਾ ਤਾਂ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਹੋਰ ਕੋਈ ਇਨਸਾਨ ਬਣ ਹੀ ਨਹੀਂ ਸਕਦਾ। ਗੁਰੂ ਥੋੜ੍ਹੀ ਕੋਈ ਬਣ ਸਕਦਾ ਹੈ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਅਰਜ ਉਰਜ ਕੈ ਪਚ ਮੂਆ, ਚਾਰੋ ਬੇਤੇ ਮਾਹੇ। ਸਤਿਗੁਰੂ ਜੀ ਕਹਿੰਦੇ ਭਾਈ ਭਗਤਾਂ ਦਾ ਗੁਰੂ ਨਹੀਂ ਬਣ ਸਕਦਾ। ਤੂੰ ਦੁਨੀਆ ਨੂੰ ਬਰਗਲਾ ਕੇ, ਉਹਨਾਂ ਨੂੰ ਪਾਪ ਪੁੰਨ ਦੇ ਚੱਕਰਾਂ ਵਿੱਚ ਪਾ ਕੇ ਤੂੰ ਗੁਰੂ ਬਣ ਜ਼ਰੂਰ ਸਕਦਾ ਹੈ। ਕਿਉਂਕਿ ਜਦੋਂ ਜਨੇਊ ਪਾਇਆ ਜਾਂਦਾ ਹੈ ਤਾਂ ਕੰਨ ਦੇ ਵਿੱਚ ਇਹ ਫੂਕ ਮਾਰ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਬਾਅਦ ਬਾਹਮਣ ਤੇਰਾ ਗੁਰੂ ਹੈ। ਪਰ ਇੱਦਾਂ ਨਹੀਂ, ਗੁਰੂ ਸਾਡਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ, ਹੋਰ ਕੋਈ ਵੀ ਨਹੀਂ। ਅਸੀਂ ਇਹਨਾਂ ਚੱਕਰਾਂ 'ਚੋਂ ਮੁਕਤ ਹੋਣਾ ਹੈ। ਦੁਨੀਆ ਦੇ ਵਿੱਚ ਸਾਡੇ ਬਾਬੇਵਾਦ ਨੇ ਇਹੀ ਗੱਲਾਂ ਸਾਡੇ ਵਿੱਚ ਪ੍ਰਮੋਟ ਕਰਦੀਆਂ, ਸਾਨੂੰ ਭੁਲੇਖਿਆਂ ਵਿੱਚ ਪਾ ਪਾ ਕੇ, ਡਰ ਪਾ ਪਾ ਕੇ। ਇੰਨਾ ਦਾਨ ਪੁੰਨ ਇੱਥੇ ਕਰੋਗੇ, ਸਵਰਗਾਂ ਵਿੱਚ ਜਾ ਕੇ ਤੁਹਾਨੂੰ ਦੁੱਗਣਾ ਮਿਲਣਾ ਹੈ। ਇੱਥੇ ਕਰੋ, ਤੁਹਾਨੂੰ ਸਵਰਗ ਮਿਲਣਾ ਹੈ ਅਗਲੇ ਜੀਵਨ ਦੇ ਵਿੱਚ। ਇੱਦਾਂ ਬਹੁਤ ਕੁਝ ਫੈਲਾਇਆ ਗਿਆ। ਗੁਰਬਾਣੀ ਸਾਨੂੰ ਇਹਨਾਂ ਗੱਲਾਂ ਤੋਂ ਮੁਕਤ ਕਰਦੀ ਹੈ। ਸਤਿਗੁਰੂ ਜੀ ਕਹਿੰਦੇ ਝੂਠ ਨਾ ਬੋਲ ਪਾਂਡੇ, ਸੱਚ ਕਹੀ ਹੈ, ਸੱਚ ਸੁਣਾਇਆ ਕਰ। ਝੂਠ ਕਾਹਤੋਂ ਸੁਣਾਉਣਾ? ਸਾਰੀਆਂ ਗੱਲਾਂ ਝੂਠ ਨੇ। ਅਤੇ ਬਹੁਤੀ ਵਾਰੀ ਸਾਨੂੰ ਇੱਦਾਂ ਵੀ ਭੁਲੇਖਾ ਪੈਂਦਾ ਹੈ ਕਿ ਹੋ ਸਕਦਾ ਹੈ ਸਾਰਾ ਕੁਝ ਹੁੰਦਾ ਹੈ, ਇਵੇਂ ਨਹੀਂ। ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਮੰਨਦੀ ਤਾਂ ਠੀਕ ਹੈ, ਪਰ ਪਹਿਲਾਂ ਤਾਂ ਹੋਣਗੀਆਂ ਹੀ ਇਹ ਗੱਲਾਂ, ਪਹਿਲਾਂ ਤਾਂ ਹੈ ਨੇ, ਪਰ ਗੁਰੂ ਸਾਹਿਬਾਨਾਂ ਨੇ ਨਹੀਂ ਮੰਨੀ ਇਹ ਗੱਲ, ਪਰ ਹੁੰਦੀਆਂ ਤਾਂ ਹੈ ਨੇ। ਗੁਰੂ ਸਾਹਿਬ ਨਹੀਂ ਮੰਨਦੇ ਤਾਂ ਠੀਕ ਹੈ, ਨਹੀਂ, ਗੁਰੂ ਸਾਹਿਬ ਜੀ ਦਾ ਆਪਣਾ ਤਜਰਬਾ ਹੈ, ਸਾਰਾ ਕੁਝ ਝੂਠ ਦੇ ਆਧਾਰ 'ਤੇ ਖੜ੍ਹਾ ਹੋਇਆ। ਉਹਨਾਂ ਨੇ ਇਵੇਂ ਨਹੀਂ ਗੱਲਾਂ ਕਹਿ ਦਿੱਤੀਆਂ, ਉਹਨਾਂ ਨੇ ਇਹਨਾਂ ਸਾਰੇ ਤੱਥਾਂ ਨੂੰ ਸਮਝਿਆ, ਪੜ੍ਹਿਆ, ਵਿਚਾਰਿਆ। ਜਿਹੜੇ ਆਪਣੇ ਆਪ ਨੂੰ ਜੰਗਲਾਂ ਵਿੱਚ ਲਿਜਾ ਕੇ ਜਪਾਂ ਤਪਾਂ ਦੇ ਵਿੱਚ ਲੈ ਕੇ ਕਰਮ ਕਾਂਡ ਕਰਦੇ ਨੇ, ਜਲ ਧਾਰੇ ਕਰਦੇ ਨੇ, ਅੱਗਾਂ ਦੁਆਲੇ ਅੱਗਾਂ ਬਚਾ ਕੇ ਵਿੱਚ ਬੈਠਦੇ ਨੇ, ਪੁੱਠੇ ਲਟਕਦੇ ਨੇ, ਇਹਨਾਂ ਵਿੱਚ ਪਿਆ ਕੁਝ ਵੀ ਨਹੀਂ। ਸਤਿਗੁਰੂ ਜੀ ਕਹਿੰਦੇ ਮਨ ਨਿਰਮਲ ਹੋਣਾ ਚਾਹੀਦਾ ਹੈ। ਸਰੀਰ ਨੂੰ ਕਸ਼ਟ ਦੇ ਕੇ ਕੀ ਕਰ ਲਓਗੇ? ਸਰੀਰ ਤੋਂ ਤਾਂ ਕੰਮ ਲਵੋ, ਸਰੀਰ ਤੋਂ ਤਾਂ ਕੰਮ ਲਵੋ। ਜਿਹੜਾ ਉਸ ਰੱਬ ਨੇ ਸੋਹਣਾ ਦਿੱਤਾ ਹੈ, ਤੋਂ ਕੰਮ ਲੈਣ ਦਾ ਯਤਨ ਕਰੋ। ਸਰੀਰ ਦੇ ਰਾਹੀਂ ਤਾਂ ਸੋਹਣੇ ਕੰਮ ਹੋਣਗੇ ਦੁਨੀਆ ਦੇ ਵਿੱਚ। ਇਸ ਸਰੀਰ ਦੇ ਨਾਲ ਜਦੋਂ ਕੰਮ ਕਰਾਂਗੇ, ਇਸ ਸਰੀਰ ਦੇ ਨਾਲ ਸਵਾਰਨ ਦਾ ਯਤਨ ਕਰਾਂਗੇ ਤਾਂ ਦੁਨੀਆ ਸਵਰਗ ਬਣੇਗੀ। ਹੁਣ ਬੰਦਾ ਕੰਮ ਕਾਜ ਛੱਡ ਕੇ ਬਹਿ ਜਾਵੇ ਕਿ ਬਸ ਰੱਬ ਦਾ ਨਾਮ ਜਪਣਾ, ਕਾਸ ਨੂੰ ਹੱਥ ਨਹੀਂ ਲਾਉਣਾ, ਇੱਥੇ ਨਰਕ ਵੱਜ ਜਾਣਾ, ਗੰਦਗੀ ਗੰਦਗੀ ਫੈਲਣੀ ਹੈ। ਪਰ ਇਹਨਾਂ ਹੱਥਾਂ ਦੇ ਨਾਲ ਹੀ ਤਾਂ ਕੰਮ ਕਰਨਾ, ਇਹਦੇ ਨਾਲ ਹੀ ਤਾਂ ਦੁਨੀਆ, ਆਪਣਾ ਪਿੰਡ, ਆਪਣਾ ਘਰ, ਆਪਣਾ ਇਲਾਕਾ ਸਵਰਗ ਬਣਦਾ ਜੇ ਕੰਮ ਕਰਾਂਗੇ ਤਾਂ। ਅਤੇ ਇਹੀ ਤਾਂ ਜ਼ਿੰਦਗੀ ਜਿਉਣੀ ਹੈ ਕਿ ਨਿਰਮਲ ਕਰਮ ਕਰ, ਕਿਸੇ ਦਾ ਸਵਾਰ, ਕਿਸੇ ਦਾ ਭਲਾ ਕਰ। ਅਤੇ ਇੱਦਾਂ ਸਤਿਗੁਰੂ ਜੀ ਦੀ ਬਾਣੀ ਨੇ ਸਮਝਾਇਆ। ਵਿਹਲਾ ਬੈਠ ਕੇ ਅੱਖਾਂ ਬੰਦ ਕਰਕੇ ਨਾ ਰੱਬ ਨੂੰ ਯਾਦ ਕਰੀ ਚੱਲ, ਕਿਤੇ ਮਿਲ ਜਾਣਾ ਹੈ। ਆਪਣੇ ਇਸ ਸਰੀਰ ਤੋਂ ਕੰਮ ਲੈ, ਦੁਨੀਆ ਨੂੰ ਸਵਾਰਨ ਦਾ ਕੰਮ ਲੈ। ਜੇ ਉਹ ਕਰਤਾ ਪੁਰਖ ਹੈ, ਸ੍ਰਿਸ਼ਟੀ ਨੂੰ ਬਣਾ ਕੇ ਆਪ ਵਿੱਚ ਬੈਠਾ ਹੋਇਆ ਏ, ਇਸ ਸ੍ਰਿਸ਼ਟੀ ਨੂੰ ਸਵਾਰਨ ਦੇ ਵਿੱਚ ਤੂੰ ਵੀ ਹਿੱਸਾ ਪਾ। ਉਹ ਕਰਤੇ ਪੁਰਖ ਵਾਲਾ ਗੁਣ ਲੈ ਕੇ ਆ। ਅਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਭਾਈ ਜਿਨ੍ਹਾਂ ਦੇ ਲੜ ਲੱਗੇ ਹੋ, ਜਿਨ੍ਹਾਂ ਦੇ ਵਿਚਾਰ ਨੂੰ ਸਮਝਦੇ ਹੋ, ਜਾਂ ਜਿਨ੍ਹਾਂ ਦੇ ਵਿਚਾਰ ਨੂੰ ਬਦਲ ਕੇ ਸਾਡੇ ਵਿੱਚ ਉਹੀ ਗੱਲਾਂ ਪ੍ਰਚਲਿਤ ਕਰ ਦਿੱਤੀਆਂ, ਇਹਨਾਂ ਤੋਂ ਬਚਣ ਦਾ ਯਤਨ ਕਰੋ। ਵੇਦ ਕੀ ਪੁੱਤਰੀ ਸਿਮਰਤੀ ਭਾਈ, ਸਾਂਕਲ ਜੇਵਰੀ ਲੈ ਹੈ ਆਈ। ਜਿਨ੍ਹਾਂ ਦੇ ਵਿੱਚੋਂ ਆਹ ਗੱਲਾਂ ਆਈਆਂ ਨੇ, ਸਾਡੇ ਲੋਕ ਅੱਜ ਉਹੀ ਚੱਕ ਕੇ ਤੁਰੇ ਫਿਰਦੇ ਨੇ। ਇਹਦਾ ਪਾਠ ਸੁਣਾ ਦਿਓ, ਇਹਦਾ ਪਾਠ ਸੁਣਾ ਦਿਓ। ਇਹਨਾਂ ਵਿੱਚ ਕੁਝ ਵੀ ਨਹੀਂ। ਆਪਣੀ ਜ਼ਿੰਦਗੀ ਗੁਰੂ ਦੇ ਲੇਖੇ ਲਾ ਦਈਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ। ਦੇਖੋ 3 ਵਾਰ ਗੁਰੂ ਸਾਹਿਬ ਜੀ ਨੇ ਗੱਲ ਸਮਝਾਈ ਹੈ। ਜਿਹੜੀ ਗੱਲ ਬਹੁਤੀ ਵਾਰ ਜ਼ਰੂਰੀ ਹੋਵੇ ਨਾ, ਸਤਿਗੁਰੂ ਜੀ ਬਹੁਤੀ ਵਾਰ ਕਰਕੇ ਵੀ ਵਿਖਾ ਦਿੰਦੇ ਨੇ, ਦੁਬਾਰੇ ਦੁਬਾਰੇ ਲਿਖ ਕੇ ਵੀ ਸਮਝਾ ਦਿੰਦੇ ਨੇ। ਅਤੇ ਗੁਰੂ ਸਾਹਿਬ ਜੀ 3 ਵਾਰੀ ਗੱਲ ਇਹ ਕਹਿਣਾ ਚਾਹੁੰਦੇ ਨੇ, ਭਾਈ ਛੱਡ ਦਿਓ ਸਾਰਾ ਕੁਝ, ਕਰਮ ਕਾਂਡ ਛੱਡ ਦਿਓ। ਸਿਰਫ ਅਤੇ ਸਿਰਫ ਗੁਰੂ ਤੁਹਾਡਾ ਧੰਨ ਗੁਰੂ ਗ੍ਰੰਥ ਸਾਹਿਬ ਹੈ, ਬਾਣੀ ਸਾਡਾ ਗੁਰੂ ਹੈ, ਜਿਹਨੂੰ ਅਸੀਂ ਮੰਨਣਾ। ਹੋਰ ਕਿਸੇ ਦੇ ਗੋਡੇ ਗਿੱਟੇ ਕੁੱਟਣ ਦੀ ਲੋੜ ਨਹੀਂ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ। ਅੱਗੇ ਸਤਿਗੁਰੂ ਜੀ ਕਹਿੰਦੇ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ।
ਕਹਿੰਦੇ ਇਹਨਾਂ ਕਰਮਾਂ ਕਾਂਡਾਂ ਦੇ ਵਿੱਚ ਇਹੋ ਜਿਹੀ ਵਿਚਾਰਧਾਰਾ ਫੈਲਾਉਣ ਵਾਲੇ ਲੋਕ ਨੇ ਸਤਿਗੁਰੂ ਜੀ ਕਹਿੰਦੇ ਸੁੱਤੇ ਹੋਏ ਨੇ ਅਗਿਆਨਤਾ ਦੇ ਵਿੱਚ। ਇਹਨਾਂ ਨੂੰ ਸੁਣਨ ਵਾਲੇ ਵੀ ਅਤੇ ਜਿਹੜੇ ਇਹੋ ਜਿਹੀਆਂ ਗੱਲਾਂ ਫੈਲਾਉਂਦੇ ਨੇ ਉਹ ਵੀ ਸੁੱਤੇ ਹੋਏ ਨੇ। ਸੁੱਤਿਆਂ ਰਹਿਣ ਵਿਹਾਣੀ ਰਹਿਣ ਦਾ ਭਾਵ ਜੀਵਨ ਜ਼ਿੰਦਗੀ ਦੀ ਰਾਤ ਹੈ ਜਿਹੜੀ ਬਤੀਤ ਹੁੰਦੀ ਜਾਂਦੀ ਹੈ, ਅਤੇ ਜਿਹੜਾ ਬੰਦਾ ਸੌਂ ਜਾਂਦਾ ਹੈ ਉਹਨੂੰ ਆਲੇ ਦੁਆਲੇ ਦਾ ਕੀ ਕੁਝ ਲੁੱਟਿਆ ਜਾ ਰਿਹਾ, ਕੀ ਕੁਝ ਹੋ ਰਿਹਾ, ਜਿਹੜੇ ਲੋਕ ਸੁੱਤੇ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ। ਸੁੱਤਾ ਹੋਇਆ ਬੰਦਾ ਮਰਨ ਦੇ ਬਰਾਬਰ ਹੈ, ਅਤੇ ਜਿਹੜੇ ਮਰੇ ਹੋਏ ਨੇ, ਜਿਹੜੇ ਸੁੱਤੇ ਹੋਏ ਨੇ, ਜਿਨ੍ਹਾਂ ਦੀ ਸੁਰਤ ਜਾਗਦੀ ਨਹੀਂ, ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਦੁਨੀਆ ਦੇ ਵਿੱਚ ਹੋ ਕੀ ਰਿਹਾ ਹੈ, ਕੀ ਕੁਝ ਸਾਡੇ ਨਾਲ ਵਾਪਰ ਰਿਹਾ ਹੈ, ਕਿੰਨਾ ਕੁਝ ਸਾਡਾ ਆਪਣਾ ਲੁੱਟਿਆ ਗਿਆ, ਕੌਣ ਸਾਡੇ ਉੱਤੇ ਰਾਜ ਕਰ ਰਿਹਾ ਹੈ, ਕੌਣ ਸਾਡੇ ਘਰ ਨੂੰ ਸੰਨ ਲਾਏ ਬੈਠਾ ਹੋਇਆ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਜਿਨ੍ਹਾਂ ਦੀ ਜ਼ਿੰਦਗੀ ਪੁੰਨ ਪਾਪਾਂ ਦੇ ਵਿੱਚ ਲੰਘ ਰਹੀ ਹੈ, ਜੇ ਗੁਰੂ ਦੇ ਦਰ 'ਤੇ ਆ ਗਏ ਫੇਰ ਪਤਾ ਲੱਗਣਾ ਹੈ, ਫੇਰ ਸਾਡੀ ਸੁਰਤ ਨੇ ਜਾਗਣਾ ਹੈ, ਫੇਰ ਸਾਨੂੰ ਦੁਸ਼ਮਣ ਦੀ, ਸਾਡੇ ਚੋਰ ਦੀ ਪਹਿਚਾਣ ਹੋਣੀ ਹੈ। ਬਸ ਲੋੜ ਹੈ ਸਾਨੂੰ ਜਾਗਣ ਦੀ। ਅਤੇ ਸਤਿਗੁਰੂ ਜੀ ਕਹਿੰਦੇ ਗੁਰ ਕਿਰਪਾ 'ਤੇ ਸੇ ਜਨ ਜਾਗੇ। ਗੁਰੂ ਦੀ ਕਿਰਪਾ ਦੇ ਨਾਲ ਉਹੀ ਜਨ ਜਾਗਦੇ ਨੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਜਿਹੜੇ ਬਾਣੀ ਨੂੰ ਵਿਚਾਰਦੇ ਨੇ, ਪੜ੍ਹਦੇ ਨੇ, ਬੋਲਦੇ ਨੇ, ਉਹੀ ਜਾਗਦੇ ਨੇ। ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਉਹੀ ਆਉਂਦੇ ਨੇ, ਉਹੀ ਸੁਰਤ ਕਰਕੇ ਜਾਗਦੇ ਨੇ, ਉਹੀ ਜ਼ਿੰਦਗੀ ਦੇ ਮਕਸਦ ਨੂੰ ਸਮਝਦੇ ਨੇ, ਉਹੀ ਚੋਰਾਂ ਦੀ ਪਹਿਚਾਣ ਕਰਦੇ ਨੇ, ਉਹੀ ਝੂਠ ਦੀ ਪਹਿਚਾਣ ਕਰਦੇ ਨੇ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਣਦਿਨ ਹਰ ਲਿਵ ਲਾਗੈ। ਤੱਤ ਨੂੰ, ਸੱਚ ਨੂੰ ਉਹੀ ਲੋਕ ਸਮਝਦੇ ਨੇ ਜਿਨ੍ਹਾਂ ਦੇ ਹਰ ਵਕਤ ਦਿਨ ਰਾਤ ਹਰੀ ਪ੍ਰਮਾਤਮਾ ਦੀ ਲਿਵ ਲੱਗੀ ਰਹਿੰਦੀ ਹੈ। ਜਾਗਤ ਰਹਿਣ ਵਿਹਾਣੀ ਜ਼ਿੰਦਗੀ ਉਹਨਾਂ ਦੀ ਜਾਗਦਿਆਂ ਦੀ ਲੰਘਦੀ ਹੈ, ਨਹੀਂ ਤਾਂ ਬਾਕੀ ਸਾਰੀ ਦੁਨੀਆ ਸੁੱਤੀ ਹੋਈ ਹੈ। ਕੋਸ਼ਿਸ਼ ਕਰੀਏ ਅਸੀਂ ਵੀ ਜਾਗਣ ਵਾਲੇ ਪਾਸੇ ਆਈਏ, ਗੁਰੂ ਦੀ ਬਾਣੀ ਨੂੰ ਪੜ੍ਹਦਿਆਂ ਹੋਇਆਂ ਵਿਚਾਰਦਿਆਂ ਅਸੀਂ ਜਾਗੀਏ। ਜਿਹੜੀ ਗੁਰੂ ਸਾਹਿਬ ਗੱਲ ਸਮਝਾਉਣਾ ਕਰਦੇ ਨੇ, ਜਾਗੀਏ, ਸਮਝੀਏ ਦੁਨੀਆ ਦੇ ਅੰਦਰ ਕੀ ਕੁਝ ਵਾਪਰ ਰਿਹਾ ਹੈ। ਆਪਣੀ ਸੁਰਤ ਦੀਆਂ ਅੱਖਾਂ ਨੂੰ ਖੋਲ੍ਹ ਕੇ ਸਟੱਡੀ ਕਰਕੇ ਪੜ੍ਹ ਕੇ ਪਤਾ ਲੱਗਣਾ ਹੈ ਕਿ ਭਾਈ ਕੀ ਕੁਝ ਵਾਪਰਿਆ। ਆਪਣੀ ਸੁਰਤ ਨੂੰ ਜਗਾਈਏ ਜਿਹੜੀ ਸੁੱਤੀ ਹੋਈ ਹੈ ਨਾ ਕਰਮਾਂ ਕਾਂਡਾਂ ਦੇ ਵਿੱਚ, ਅਗਿਆਨਤਾ ਦੇ ਵਿੱਚ। ਬਸ ਇੱਥੋਂ ਤੱਕ ਸੀਮਿਤ ਹੈ। ਉਹਦੀ ਸੋਚ ਦਾ ਦਾਇਰਾ ਵੱਡਾ ਕਰ ਲਈਏ, ਆਪਣੀ ਸੁਰਤ ਦਾ, ਦੁਨੀਆ ਨੂੰ ਸਮਝ